हाँ जी हेलो स्टूडेंट्स। ਅੱਜ ਕੈਲਕੂਲਸ ਦਾ ਲੈਕਚਰ ਨੰਬਰ 10th ਕਰਨ ਜਾ ਰਹੇ ਹਾਂ। ਇਸ ਲੈਕਚਰ ਦੇ ਅੰਦਰ ਅਸੀਂ ਉਹ ਕੁਐਸਚਨ ਕਰਾਂਗੇ ਜਿਹਦੇ 'ਚ ਇਹ ਸ਼ੋ ਕਰਨਾ ਕਿ ਲਿਮਟ ਡਜ਼ ਨੋਟ ਐਗਜ਼ਿਸਟ। ਸੋ ਸਾਡਾ ਸੇਮ ਹੀ ਪੈਟਰਨ ਜਿਸ ਤਰੀਕੇ ਅਸੀਂ ਲੈਕਚਰ ਨੰਬਰ 9th ਵਿੱਚ ਕੁਐਸਚਨਸ ਕੀਤੇ ਉਸੇ ਤਰੀਕੇ ਅਸੀਂ ਇਹ ਕੁਐਸਚਨ ਸ਼ੋ ਕਰਾਂਗੇ ਕਿ ਦਿਸ ਕੁਐਸਚਨ ਇਹ ਲਿਮਟ ਡਜ਼ ਨੋਟ ਐਗਜ਼ਿਸਟ। ਸਭ ਤੋਂ ਪਹਿਲਾਂ ਅਸੀਂ ਇਹਨੂੰ ਸਪੋਜ਼ ਕਰਾਂਗੇ f(x). ਇਸ ਕੁਐਸਚਨ ਦੇ ਅੰਦਰ f(x) ਹੈ ਸਾਡੇ ਕੋਲ 1/x। ਲਿਮਟ ਦੀ ਡੈਫੀਨੇਸ਼ਨ ਅਪਲਾਈ ਕਰਾਂਗੇ। ਸ਼ੋ ਇਹ ਕਰਨਾ ਕਿ ਲਿਮਟ ਡਜ਼ ਨੋਟ ਐਗਜ਼ਿਸਟ। ਅਸੀਂ ਸਪੋਜ਼ ਕਰ ਲਾਂਗੇ ਲਿਮਟ ਐਗਜ਼ਿਸਟ ਕਰਦੀ ਆ ਤਾਂ ਉਹ L ਦੀ ਇਕੁਅਲ ਆ। ਫਿਰ ਅਸੀਂ ਲਿਮਟ ਦੀ ਡੈਫੀਨੇਸ਼ਨ ਅਪਲਾਈ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਲੈਟ ਇਫ ਪੋਸੀਬਲ ਲਿਮਟ x ਟੈਂਡਿੰਗ ਟੂ 0 f(x) ਇਜ਼ ਇਕੁਅਲ ਟੂ L। ਡੈਫੀਨੇਸ਼ਨ ਅਪਲਾਈ ਕਰਾਂਗੇ ਲਿਮਟ ਦੀ। ਟੇਕ ਐਪਸਾਈਲਨ ਗ੍ਰੇਟਰ ਦੈਨ 0 however small there exists delta depending on epsilon such that f(x) minus L less than epsilon by 2। ਵੈਸੇ ਤਾਂ ਅਸੀਂ ਐਪਸਾਈਲਨ ਲੈਂਦੇ ਹਾਂ ਇਸ ਕੁਐਸਚਨ ਦੇ ਅੰਦਰ। ਉਹ ਕੁਐਸਚਨ ਜਿਨ੍ਹਾਂ 'ਚ ਅਸੀਂ ਇਹ ਸ਼ੋ ਕਰਨਾ ਕਿ ਲਿਮਟ ਡਜ਼ ਨੋਟ ਐਗਜ਼ਿਸਟ ਐਪਸਾਈਲਨ ਬਾਈ 2 ਲੈਂਦੇ। ਕਿਉਂ ਲੈਂਦੇ ਅੱਗੇ ਜਾ ਕੇ ਪਤਾ ਚੱਲ ਜਾਏਗਾ। ਫਾਰ all x belongs to 0 minus delta to 0 plus delta। ਵੈਸੇ ਤਾਂ ਅਸੀਂ ਡੈਫੀਨੇਸ਼ਨ 'ਚ ਇਸ ਤਰੀਕੇ ਲਿਖਦੇ ਹਾਂ x minus 0 less than delta। ਇਸ ਤਰੀਕੇ ਆਉਣਾ ਸੀ ਸਾਡੇ ਕੋਲ। ਪਰ ਜੇ ਤੁਸੀਂ ਡੈਫੀਨੇਸ਼ਨ 'ਚ ਇਸ ਮੋਡ ਨੂੰ ਓਪਨ ਕਰੋਗੇ ਤਾਂ ਇਹੀ ਚੀਜ਼ ਬਣਨੀ। ਅਸੀਂ ਇੰਟਰਵਲ 'ਚ ਲਿਖ ਰਹੇ ਹਾਂ। ਠੀਕ ਹੈ ਜੀ। ਜੇ ਇੱਥੇ 0 ਆ ਤਾਂ 0 ਮਾਈਨਸ ਡੈਲਟਾ 0 ਪਲੱਸ ਡੈਲਟਾ। ਜੇ ਇੱਥੇ a ਹੁੰਦੀ ਤਾਂ a ਮਾਈਨਸ ਡੈਲਟਾ a ਪਲੱਸ ਡੈਲਟਾ। ਇੱਥੇ x ਮਾਈਨਸ a। ਇਸੇ ਡੈਫੀਨੇਸ਼ਨ ਨੂੰ ਅਸੀਂ ਓਪਨ ਕਰਕੇ ਲਿਖਿਆ। ਹਰ ਇੱਕ x ਲਈ ਸੈਟਿਸਫਾਈ ਹੋ ਰਿਹਾ। ਸੋ ਮੈਂ ਜੇ ਕੋਈ ਦੋ ਨੰਬਰ ਲਵਾਂ, ਇੱਕ x1 ਅਤੇ ਇੱਕ x2, ਜੇ ਇੱਕ x1 ਲਵਾਂ ਅਤੇ ਇੱਕ x2 ਲਵਾਂ ਤਾਂ ਕੀ ਹੋਏਗਾ ਲੈਟ x1 x2 ਬਿਲੋਂਗਸ ਟੂ ਮਾਈਨਸ ਡੈਲਟਾ ਟੂ ਡੈਲਟਾ। ਜੇ ਮੈਂ ਕੋਈ ਦੋ ਨੰਬਰ ਲਵਾਂ ਇਸ ਇੰਟਰਵਲ 'ਚੋਂ ਤਾਂ ਕੀ ਹੋਏਗਾ f(x1) ਮਾਈਨਸ L ਲੈਸ ਦੈਨ ਐਪਸਾਈਲਨ ਬਾਈ 2 ਐਂਡ f(x2) ਲਈ ਵੀ ਇਹੀ ਰਿਜ਼ਲਟ ਹੋਲਡ ਕਰੇਗਾ ਮਾਈਨਸ L ਲੈਸ ਦੈਨ ਐਪਸਾਈਲਨ ਬਾਈ 2। ਠੀਕ ਹੈ ਜੀ। ਹਰ ਇੱਕ x ਲਈ ਇਹ ਇੰਟਰਵਲ, ਇਸ ਇੰਟਰਵਲ 'ਚੋਂ ਕੋਈ ਵੀ x ਲੈਂਦੇ ਆ ਉਹਦੇ ਲਈ ਇਹ ਰਿਜ਼ਲਟ ਹੋਲਡ ਕਰਦਾ। ਅਤੇ ਜੇ ਮੈਂ x1 x2 ਇਸ ਇੰਟਰਵਲ 'ਚੋਂ ਲੈ ਰਿਹਾ ਤਾਂ ਵੀ ਇਹ ਰਿਜ਼ਲਟ ਹੋਲਡ ਕਰੇਗਾ। ਉਸ ਤੋਂ ਬਾਅਦ ਕੀ ਕਰਦੇ ਹੁੰਦੇ ਆਪਾਂ ਨਾਓ। ਉਸ ਤੋਂ ਬਾਅਦ f(x1) ਕਿਉਂਕਿ ਤੁਸੀਂ ਲੈਕਚਰ ਨੰਬਰ 9th ਵਿੱਚ ਦੇਖ ਚੁੱਕੇ ਹਾਂ ਕਿ ਹਰ ਇੱਕ ਕੁਐਸਚਨ ਨੂੰ ਅਸੀਂ ਇਸੇ ਪੈਟਰਨ ਦੇ ਨਾਲ ਕਰਦੇ ਹਾਂ। ਕੀ ਕਰਦੇ ਉਸ ਤੋਂ ਬਾਅਦ L ਮਾਈਨਸ ਕਰੋਗੇ, L ਐਡ ਕਰੋਗੇ। ਜੇ ਤੁਸੀਂ ਐਗਜ਼ਾਮਪਲ ਦੇਖੋਗੇ ਹਰ ਇੱਕ ਐਗਜ਼ਾਮਪਲ ਨੂੰ ਇੱਕ ਅਲੱਗ ਤਰੀਕੇ ਦੇ ਨਾਲ ਕੀਤਾ ਹੋਇਆ। ਮੈਂ ਹਰ ਇੱਕ ਕੁਐਸਚਨ ਨੂੰ ਸੇਮ ਪੈਟਰਨ ਦੇ ਨਾਲ ਕਰ ਰਿਹਾ। ਸੋ ਤੁਸੀਂ ਬੜੀ ਈਜ਼ੀ ਵੇ ਨਾਲ ਕਰ ਸਕਦੇ ਹਾਂ। ਸੋ ਲੈਸ ਦੈਨ ਇਜ਼ ਇਕੁਅਲ ਟੂ ਮੋਡਲਸ ਦੀ ਡੈਫੀਨੇਸ਼ਨ ਅਪਲਾਈ ਕਰੋਗੇ f(x1) ਮਾਈਨਸ L ਪਲੱਸ L ਮਾਈਨਸ f(x2). ਹਾਂਜੀ f(x1) ਮਾਈਨਸ L ਇੱਥੋਂ ਦੇਖੋਗੇ ਐਪਸਾਈਲਨ ਬਾਈ 2 ਤੋਂ ਲੈਸ ਆ। ਇੱਦਾਂ ਹੀ L ਮਾਈਨਸ f(x2) ਕਿਉਂਕਿ ਮੋਡ ਆ ਮਾਈਨਸ ਦਾ ਕੋਈ ਫਰਕ ਨਹੀਂ ਪੈਂਦਾ। ਸੋ ਇਹ ਵੀ ਹੋ ਗਿਆ ਲੈਸ ਦੈਨ ਐਪਸਾਈਲਨ ਬਾਈ 2। ਇਹਨਾਂ ਨੂੰ ਐਡ ਕਰੋਗੇ ਕੀ ਆ ਗਿਆ ਸਾਡੇ ਕੋਲ ਐਪਸਾਈਲਨ। ਸੋ ਮੈਨੂੰ ਕੀ ਮਿਲ ਚੁੱਕਿਆ ਉਹ ਆਪਾਂ ਦੇਖੀਏ। ਅਸੀਂ ਇਸ ਸਟੈਪ 'ਤੇ ਪਹੁੰਚ ਚੁੱਕੇ ਹਾਂ ਕਿ f(x1) ਮਾਈਨਸ f(x2) ਲੈਸ ਦੈਨ ਐਪਸਾਈਲਨ। ਇੱਥੇ ਅਸੀਂ ਪਹੁੰਚ ਚੁੱਕੇ ਹਾਂ। ਇਹਦਾ ਮੈਂ ਇੱਕ ਨੰਬਰ ਪਾ ਲੈਣਾ ਸਟਾਰ। ਇਹਨੂੰ ਮੈਂ ਨੇਮ ਦੇ ਦਿੱਤਾ ਸਟਾਰ। ਓਕੇ। ਹੁਣ ਕੀ ਕਰਨਾ ਨੈਕਸਟ ਵਰਕ ਕੀ ਆ ਕਿ ਅਸੀਂ ਦੋ ਨੰਬਰ ਚੂਜ਼ ਕਰਨੇ। ਟੇਕ x1 ਕਿਸ ਤਰੀਕੇ ਲੈਣਾ, ਇੱਕ x2 ਕਿਸ ਤਰੀਕੇ ਲੈਣਾ। ਬੜੇ ਹੀ ਧਿਆਨ ਨਾਲ ਸਮਝੋਗੇ, ਬਹੁਤ ਹੀ ਧਿਆਨ ਨਾਲ ਸਮਝੋਗੇ। 1/1 ਕਿਉਂ ਲੈ ਰਹੇ ਹਾਂ ਕਿਉਂਕਿ 1/x ਹੈ ਨਾ ਸਾਡੇ ਕੋਲ। ਇਸੇ ਕਰਕੇ ਅਸੀਂ x1 ਅਤੇ x2 ਵੀ ਇਸੇ ਤਰੀਕੇ ਹੀ ਚੂਜ਼ ਕਰਾਂਗੇ। ਸਭ ਤੋਂ ਪਹਿਲਾਂ ਹਾਂਜੀ ਇੱਦਾਂ ਹੀ x2 ਕੀ ਲਓਗੇ 1/। ਇੱਥੇ ਮੈਂ 1/n ਲੈ ਸਕਦਾ। ਇੱਥੇ ਮੈਂ -1/n ਲੈ ਸਕਦਾ। ਇੱਕ ਚੀਜ਼ ਦਾ ਤੁਸੀਂ ਖਿਆਲ ਰੱਖਣਾ
ਜੇ ਤਾਂ ਤੁਹਾਡੇ ਕੋਲ ਲੈਫਟ ਲਿਮਟ ਹੋਵੇ ਫਿਰ ਦੋਵੇਂ ਨੈਗੇਟਿਵ ਲਾਓਗੇ, ਜੇ ਤੁਹਾਡੇ ਕੋਲ ਰਾਈਟ ਲਿਮਟ ਆ ਤਾਂ ਫਿਰ ਤੁਸੀਂ ਦੋਵੇਂ ਪੋਜ਼ਿਟਿਵ ਲਾਓਗੇ। ਮੈਂ ਫਿਰ ਰਿਪੀਟ ਕਰਾਂ, ਜੇ ਤੁਹਾਡੇ ਕੋਲ ਇੱਥੇ ਲੈਫਟ ਲਿਮਟ ਆ ਤਾਂ ਫਿਰ ਦੋਵੇਂ ਨੈਗੇਟਿਵ ਲਾਓਗੇ, ਜੇ ਰਾਈਟ ਲਿਮਟ ਆ ਤਾਂ ਫਿਰ ਤੁਸੀਂ ਦੋਵੇਂ ਪੋਜ਼ਿਟਿਵ ਲਾਓਗੇ। ਪਰ ਜੇ ਲੈਫਟ ਰਾਈਟ ਨਹੀਂ ਗਈ ਲਿਮਟ ਆ, ਉਸ ਕੇਸ ਵਿੱਚ ਤੁਸੀਂ ਪੋਜ਼ਿਟਿਵ ਵੀ ਲੈ ਸਕਦੇ, ਨੈਗੇਟਿਵ ਵੀ ਲੈ ਸਕਦੇ ਹੋ। ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ। ਪੋਜ਼ਿਟਿਵ ਲਓ, ਨੈਗੇਟਿਵ ਲਓ, ਜਿਸ ਤਰੀਕੇ ਮਰਜ਼ੀ ਲੈ ਸਕਦੇ ਆ। ਇਹ ਕਿਉਂ ਲੈ, ਇਹ ਅੱਗੇ ਜਾ ਕੇ ਤੁਹਾਨੂੰ ਪਤਾ ਚੱਲਣਾ ਜਦੋਂ ਹੁਣ ਮੈਂ ਅੱਗੇ ਕੁਐਸਚਨ ਕਰੂੰਗਾ। ਜੇ x1 ਇਹ ਲਿਆ ਤਾਂ fx1 ਕੀ ਲੈਣਾ, fx1 ਕੀ ਹੋਏਗਾ। ਫਿਰ ਕਿਸ ਤਰੀਕੇ ਦੇਖੋਗੇ, ਇਹ ਫੰਕਸ਼ਨ ਗਿਵਨ ਆ, ਇਸ ਫੰਕਸ਼ਨ ਨੂੰ ਧਿਆਨ ਨਾਲ ਦੇਖੋਗੇ। fx ਕੀ ਆ 1/x, ਕਹਿਣ ਦਾ ਮੀਨਿੰਗ ਹੈ ਜੋ ਇੱਥੇ ਆ ਉਹਦਾ ਰੈਸੀਪ੍ਰੋਕਲ। x1 ਕੀ ਹੈ ਮੇਰੇ ਕੋਲ 1/n, ਉਹਦਾ ਅਸੀਂ ਰੈਸੀਪ੍ਰੋਕਲ ਕਰਨਾ 1/n ਦਾ, ਤਾਂ ਕਿੰਨਾ ਆ ਗਿਆ n। x1 ਜੇ 1/n ਆ, fx1 ਕੀ ਹੋ ਗਿਆ n। ਇਸੇ ਤਰੀਕੇ ਫਿਰ fx2 ਕੀ ਹੋ ਜਾਏਗਾ ਸਾਡੇ ਕੋਲ, ਚਲੋ ਇੱਥੇ ਮੈਂ ਇੱਕ ਲਾਈਨ ਲਗਾ ਦਿੰਦਾ, ਇਹ ਆ ਗਿਆ n। ਇਸੇ ਤਰੀਕੇ ਤੁਸੀਂ ਹੁਣ fx2 ਵੀ ਦੇਖੋਗੇ, ਉਹ ਕੀ ਆਏਗਾ ਡੈਫੀਨੇਸ਼ਨ ਦੇ ਅਕੋਰਡਿੰਗ 1/-1/n। x2 ਦੀ ਵੈਲਿਊ ਜਿੱਥੇ x ਉੱਥੇ x2 ਲਿਖੋਗੇ 1/x2, ਤੇ x2 ਦੀ ਵੈਲਿਊ ਕੀ ਹੈ ਸਾਡੇ ਕੋਲ -1/n, ਤੇ ਆਨਸਰ ਆ ਗਿਆ ਇਹਦਾ -n। ਇਹਨੂੰ ਅਸੀਂ ਸਟਾਰ 'ਚ ਪੁੱਟ ਕਰ ਦਾਂਗੇ, ਪੁੱਟ ਇਨ ਸਟਾਰ। ਇਸ ਸਟਾਰ ਨੰਬਰ ਇਕੁਏਸ਼ਨ 'ਚ ਪੁੱਟ ਕਰੋਗੇ ਤਾਂ ਕੀ ਆ ਜਾਏਗਾ, fx1 ਦੀ ਵੈਲਿਊ n, fx2 ਦੀ ਵੈਲਿਊ -n ਲੈਸ ਦੈਨ ਐਪਸਾਈਲਨ। ਇਹ ਕੀ ਹੋ ਗਿਆ n + n ਦੈਟ ਇਜ਼ 2n ਲੈਸ ਦੈਨ ਐਪਸਾਈਲਨ। ਹਾਂਜੀ, ਇੱਕ ਚੀਜ਼ ਆ, ਇਹ ਜੋ ਮੈਂ n ਚੂਜ਼ ਕੀਤਾ ਨਾ, ਅਸੀਂ ਇੱਥੇ ਮੈਂਸ਼ਨ ਕਰ ਦੇਣਾ ਚਾਹੀਦਾ ਸੀ ਸਾਨੂੰ ਵੇਅਰ। ਇੱਥੇ ਇੱਕ ਲਾਈਨ ਲਿਖਣੀ ਸੀ ਆਪਾਂ, ਇੱਥੇ ਇੱਕ ਲਾਈਨ ਲਿਖਾਂਗੇ। ਹੁਣ ਮੇਰੇ ਕੋਲ ਸਪੇਸ ਦੀ ਥੋੜ੍ਹੀ ਕਮੀ ਆ, ਕੀ ਲਿਖਾਂਗੇ ਲਾਈਨ, ਵੇਅਰ n ਇਜ਼ ਨੈਚੁਰਲ ਨੰਬਰ, ਵੇਅਰ n ਇਜ਼ ਨੈਚੁਰਲ ਨੰਬਰ however large, ਇਸ ਤਰੀਕੇ ਅਸੀਂ ਇੱਕ ਲਾਈਨ ਲਿਖਾਂਗੇ ਕਿ n ਕੀ ਹੈ ਸਾਡੇ ਕੋਲ ਨੈਚੁਰਲ ਨੰਬਰ ਆ, ਜਿੰਨਾ ਵੀ ਵੱਡਾ ਲਓਗੇ ਲੈ ਸਕਦੇ ਆ, ਜਿੰਨਾ ਵੀ ਤੁਸੀਂ ਗ੍ਰੇਟਰ ਲੈਣਾ ਚਾਹੋ ਲੈ ਸਕਦੇ ਆ, ਕਿਉਂਕਿ 1/∞ ਟੈਂਡਿੰਗ ਟੂ 0। ਸੋ ਨੈਚੁਰਲ ਨੰਬਰ ਇਸ ਤਰੀਕੇ ਲੈਣਾ, ਤੁਸੀਂ ਜਿੰਨਾ ਮਰਜ਼ੀ ਵੱਡਾ ਲੈ ਸਕਦੇ, ਉਸ ਚੀਜ਼ ਦਾ ਤੁਸੀਂ ਖਿਆਲ ਰੱਖਣਾ। ਹਾਂਜੀ, ਹੁਣ ਜਦੋਂ ਮੈਂ ਸਟਾਰ 'ਚ ਪੁੱਟ ਕੀਤਾ ਤਾਂ ਮੇਰੇ ਕੋਲ ਕੀ ਆ ਰਿਹਾ 2n ਲੈਸ ਦੈਨ ਐਪਸਾਈਲਨ। ਐਪਸਾਈਲਨ ਨੂੰ ਜਿੰਨਾ ਛੋਟਾ ਲੈਣਾ ਉਹ ਅਸੀਂ ਲੈ ਸਕਦੇ ਹਾਂ, ਕਿਉਂਕਿ ਅਸੀਂ ਕਹਿ ਚੁੱਕੇ ਹਾਂ ਹੋਏਵਰ ਸਮੋਲ। n ਬਹੁਤ ਵੱਡਾ ਲੈ ਸਕਦੇ, ਸਪੋਜ਼ ਕਰੋ ਮੈਂ ਬਹੁਤਾ ਵੱਡਾ ਨਹੀਂ ਲੈ ਰਿਹਾ, ਮੈਂ ਸਪੋਜ਼ ਕਰੋ 100 ਲਿਆ। ਜੇ 100 ਲੈਂਦੇ ਹਾਂ ਤਾਂ ਇੱਥੇ ਕੀ ਆ ਜਾਏਗਾ 200। ਜਸਟ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਸਮਝਾਉਣ ਦੇ ਲਈ। ਐਪਸਾਈਲਨ ਸਪੋਜ਼ ਕਰੋ ਤੁਸੀਂ ਬਹੁਤ ਛੋਟਾ ਲੈਣਾ, ਮੈਂ ਬਹੁਤਾ ਛੋਟਾ ਨਾ ਲੈਂਦਾ ਹੋਇਆ ਸਪੋਜ਼ ਕਰੋ ਕਿ ਮੈਂ 1/10 ਲੈ ਲਿਆ। ਮੈਂ ਐਪਸਾਈਲਨ ਬਹੁਤ ਛੋਟਾ ਲੈਣਾ, ਜੇ ਮੈਂ 1/10 ਲਿਆ ਤੁਸੀਂ 1/100 ਲੈ ਸਕਦੇ, 1/1000 ਲੈ ਸਕਦੇ, ਉਹ ਤੁਹਾਡੀ ਆਪਣੀ ਚੁਆਇਸ ਹੈ। ਜੋ ਮੈਂ ਲਵਾਂਗਾ ਤੁਸੀਂ ਉਸ ਤੋਂ ਵੀ ਛੋਟਾ ਲੈ ਸਕਦੇ ਆ। n ਨੂੰ ਬਹੁਤ ਵੱਡਾ ਲੈਣਾ, ਜੇ ਮੈਂ 100 ਲਿਆ ਤੁਸੀਂ 2000 ਲੈ ਲਓ, ਜਿੰਨਾ ਮਰਜ਼ੀ ਤੁਸੀਂ ਗ੍ਰੇਟਰ ਲੈ ਸਕਦੇ ਆ। ਬਟ ਦੇਖੋ ਹੋਇਆ ਕਿ 200 ਲੈਸ ਦੈਨ 1/10 ਨੋਟ ਪੋਸੀਬਲ। n ਕਿਉਂਕਿ ਬਹੁਤ ਲਾਰਜ ਆ, ਐਪਸਾਈਲਨ ਬਹੁਤ ਸਮੋਲ ਆ, ਸੋ ਐਪਸਾਈਲਨ ਇੱਥੇ ਮੈਂ ਕੀ ਕਹਿ ਰਿਹਾ, ਐਪਸਾਈਲਨ ਤਾਂ ਗ੍ਰੇਟਰ ਆ, ਸੋ ਨੋਟ ਪੋਸੀਬਲ ਕਿਉਂਕਿ ਐਪਸਾਈਲਨ ਤਾਂ ਬਹੁਤ ਛੋਟਾ ਹੁੰਦਾ, n ਬਹੁਤ ਲਾਰਜ ਹੁੰਦਾ, ਸੋ ਦੈਟਸ ਵਾਈ ਨੋਟ ਪੋਸੀਬਲ, ਇਟ ਇਜ਼ ਨੋਟ ਪੋਸੀਬਲ। ਸੋ ਆਵਰ ਸਪੋਜੀਸ਼ਨ ਰੋਂਗ, ਰੋਂਗ। ਜੋ ਵੀ ਅਸੀਂ ਸਪੋਜ਼ ਕੀਤਾ ਹੋਇਆ ਗਲਤ ਕੀਤਾ। ਸਪੋਜ਼ ਕੀ ਕੀਤਾ ਸੀ ਅਸੀਂ ਕਿ ਲਿਮਟ ਐਗਜ਼ਿਸਟ ਕਰਦੀ ਆ ਤਾਂ l ਦੇ ਇਕੁਅਲ ਆ। ਸੋ ਲਿਮਟ x ਟੈਂਡਿੰਗ ਟੂ 0 1/x, ਕਿਉਂਕਿ fx ਅਸੀਂ 1/x ਲਿਆ ਸੀ, ਡਜ਼ ਨੋਟ ਐਗਜ਼ਿਸਟ। ਠੀਕ ਹੈ ਜੀ, ਇਸ ਤਰੀਕੇ ਇਹ ਅਸੀਂ ਜਿਹੜੇ ਕੁਐਸਚਨਸ ਆ ਉਹ ਕਰਨੇ। ਹੁਣ ਸਪੋਜ਼ ਇਹ ਕਰੋ, ਮੰਨ ਲਓ ਕੁਐਸਚਨ ਆ ਗਿਆ ਤੁਹਾਡੇ ਕੋਲ, ਇੱਥੇ x - c ਆ ਗਿਆ, ਜਿੱਥੇ x - c ਆ ਫਿਰ ਇੱਥੇ c ਹੋਏਗਾ, ਇਹ ਅਸੀਂ ਸ਼ੋਅ ਕਰਨਾ। ਸਪੋਜ਼ ਕਰੋ ਇਹ ਕੁਐਸਚਨ ਆ ਜਾਂਦਾ, ਸਾਰਾ ਕੁਐਸਚਨ ਸੇਮ ਹੈ, ਇੱਥੇ c ਆ ਜਾਣਾ। ਠੀਕ ਹੈ ਜੀ, ਇੱਥੇ ਹੁਣ c ਵੀ ਹੋ ਸਕਦਾ, ਇੱਥੇ a ਵੀ ਹੋ ਸਕਦਾ। ਹੋਰ ਕਿੱਥੇ ਚੇਂਜ ਆਣੀ, ਚੇਂਜ ਇੱਥੇ ਆਣੀ, ਜਿੱਥੇ 0 ਆ ਇੱਥੇ c ਆ ਜਾਏਗਾ, ਇੱਥੇ ਕੀ ਆ ਜਾਏਗਾ ਫਿਰ c ਆ ਜਾਏਗਾ। ਜੇ a ਹੋਏਗੀ ਤਾਂ ਇੱਥੇ a ਆ ਜਾਏਗਾ। ਇੱਦਾਂ ਹੀ ਇੱਥੇ ਇੰਟਰਵਲ 'ਚ ਚੇਂਜ ਆਣੀ ਆ,
ਕੀ ਆਣੀ ਇੱਥੇ ਫਿਰ ਸੀ ਮਾਈਨਸ ਡੈਲਟਾ ਟੂ ਸੀ ਪਲੱਸ ਡੈਲਟਾ। ਹੋਰ ਕਿਤੇ ਚੇਂਜ ਨਹੀਂ, ਬਿਲਕੁਲ ਸੇਮ ਟੂ ਸੇਮ ਚੱਲਣਾ, ਇਸੇ ਤਰੀਕੇ ਚੱਲਣਾ। ਹੋਰ ਕਿੱਥੇ ਜਾ ਕੇ ਚੇਂਜ ਆਣੀ ਉਹ ਹੁਣ ਤੁਸੀਂ ਸਮਝੋ। ਜਦੋਂ ਅਸੀਂ x1 ਲੈਣਾ ਤਾਂ ਉਹ ਕੀ ਆਏਗਾ, ਉਹ ਆਏਗਾ ਸਾਡੇ ਕੋਲ 1 ਓਵਰ ਇੱਥੇ ਆਏਗਾ c ਪਲੱਸ 1 ਓਵਰ n। ਇਸ ਤਰੀਕੇ ਲਓਗੇ, ਇੱਥੇ ਲਓਗੇ c ਮਾਈਨਸ 1 ਓਵਰ n, ਫਿਰ ਇਸ ਤਰੀਕੇ ਲਓਗੇ। ਠੀਕ ਹੈ ਜੀ, 1 ਓਵਰ n ਇੱਥੇ ਮੈਂ ਲਿਆ ਸੀ, ਹਾਂਜੀ c ਮਾਈਨਸ n। ਇਸ ਤਰੀਕੇ ਤੁਸੀਂ ਲਓਗੇ, ਇਸ ਤਰੀਕੇ ਤੁਸੀਂ ਲਓਗੇ ਤਾਂ ਉਹਦਾ ਕਰਾਂਗੇ ਰੈਸੀਪ੍ਰੋਕਲ। ਜਦੋਂ ਹੁਣ ਤੁਸੀਂ ਵੈਲਿਊ ਪੁੱਟ ਕਰੋਗੇ ਤਾਂ ਕੀ ਆਏਗਾ, ਕੀ ਆਏਗਾ ਸਾਡੇ ਕੋਲ, ਹਾਂਜੀ ਵੈਲਿਊ ਪੁੱਟ ਕਰੀਏ ਆਪਾਂ, ਵੈਲਿਊ ਪੁੱਟ ਕਰੀਏ मैं दोबारा लिख देना। हाँ जी दोबारा लिख देने टेक, फिर x1 की लओगे इस तरीके लओगे। जे इतने c है तो c प्लस 1 ओवर n, तो दूसरा लओगे x2 लओगे c माइनस 1 ओवर n। देखो 1 ओवर n तो माइनस 1 ओवर n तो जो असी लिमिट 0 सी उदों लै, जे लिमिट में c है तो ना c जस्ट प्लस हो जाना विच। जिवें कि मैं पहले दस चुके हाँ कि जे लैफ्ट लिमिट आ तो फिर दोवें माइनस लैने होंदे आ, जे राइट लिमिट आ फिर दोवें प्लस लैने होंदे आ। उस केस विच वो मैं क्वेश्चन करावांगा फिर 1 ओवर n या 1 ओवर माइनस 1 ओवर n तो लै नहीं सकते आपां उत्थे। ਉਹਦਾ ਕੀ ਰੀਜ਼ਨ ਹੈ ਉਹ ਮੈਂ ਅੱਗੇ ਜਾ ਕੇ ਦੱਸੂ। ਇੱਕ ਕੁਐਸਚਨ ਮੈਂ ਇਹ ਵੀ ਬਾਅਦ ਵਿੱਚ ਕਰਵਾਉਣਾ ਕਿ ਉੱਥੇ 1 ਓਵਰ 2n ਜਾਂ 1 ਓਵਰ 3n ਜਾਂ 1 ਓਵਰ 4n ਲੈਣਾ ਪਏਗਾ, ਉਹ ਬਾਅਦ ਦਾ ਕੁਐਸਚਨ ਆ। ਹੁਣ ਅਸੀਂ ਕਰਦੇ ਪਏ ਹਾਂ ਨਾ ਤਾਂ ਲੈਫਟ ਲਿਮਿਟ ਆ ਨਾ ਰਾਈਟ ਆ, ਜਸਟ ਲਿਮਿਟ ਆ। ਸੋ ਉਹਦੇ 'ਚ ਅਸੀਂ ਪੋਜ਼ੀਟਿਵ ਅਤੇ ਨੈਗੇਟਿਵ ਲੈ ਸਕਦੇ ਹਾਂ। ਓਕੇ, ਤਾਂ ਜੇ ਇੱਥੇ c ਹੈ ਤਾਂ c ਜਸਟ ਐਡ ਹੋਣਾ, ਬਾਕੀ ਉਹੀ ਜੋ ਜਿਸ ਤਰੀਕੇ ਅਸੀਂ ਪਹਿਲਾਂ ਕੀਤਾ। ਵੇਅਰ ਕੀ ਲਿਖਾਂਗੇ, n ਇਜ਼ ਨੈਚੁਰਲ ਨੰਬਰ, ਨੈਚੁਰਲ ਨੰਬਰ ਹੋਏਵਰ ਲਾਰਜ, ਹੋਏਵਰ ਲਾਰਜ, ਇਹ ਚੀਜ਼ ਜ਼ਰੂਰ ਮੈਂਸ਼ਨ ਕਰੋਗੇ। ਫਿਰ ਤੁਸੀਂ ਲਿਖੋਗੇ fx1, fx1 ਪੁੱਟ ਕਰੋ। ਹੁਣ ਸਾਡੇ ਕੋਲ fx ਕੀ ਹੈ ਇੱਥੇ 1 ਓਵਰ x ਮਾਈਨਸ c, ਪੁੱਟ ਕਰੋ। ਠੀਕ ਹੈ ਜੀ, 1 ਓਵਰ, ਠੀਕ ਹੈ ਜੀ 1 ਓਵਰ ਜਿੱਥੇ x ਹੈ ਉੱਥੇ ਕੀ ਪੁੱਟ ਕਰਨਾ, c ਪਲੱਸ 1 ਓਵਰ n, c प्लस 1 ओवर n माइनस c, इस तरीके पुट करना। c ना c कैंसल आउट, 1 ओवर n ये आ गया साढ़े कोल n। fx2 की आना साढ़े कोल 1 ओवर, ये आ फंक्शन साढ़े कोल x, x इज़ c माइनस 1 ओवर n माइनस c ना c फिर कैंसल आउट हो गई तो साढ़े कोल फिर आ गया माइनस n। इन तुसी स्टार च पुट कर दोगे, पुट इन स्टार, स्टार च पुट करोगे तो की आएगा तुहाडे कोल n प्लस n लैस दैन अपसाइलन। फिर आ गया साढ़े कोल 2n लैस दैन अपसाइलन, विच इज़ अगेन नॉट पॉसीबल। क्यों नहीं पॉसीबल, क्योंकि n होएवर लार्ज एंड अपसाइलन होएवर स्मॉल। ये बहुत स्मॉल क्वांटिटी होंगी, बट इत्थे असीं कह रहे हैं ग्रेटर आ अपसाइलन, n लैस, इस करके ये नहीं पॉसीबल। इस करके आवर सपोजिशन रॉन्ग, सो दिस लिमिट आलसो नॉट एग्जिस्ट। ਹੁਣ ਜੇ c ਦੀ ਥਾਂ 'ਤੇ ਦੇਖੋ 1 ਵੀ ਆ ਸਕਦਾ ਐਗਜ਼ਾਮ ਦੇ ਅੰਦਰ, ਇੱਥੇ 1 ਵੀ ਆ ਸਕਦਾ, 2 ਵੀ ਆ ਸਕਦਾ, 3 ਵੀ ਆ ਸਕਦਾ। ਜੇ ਇੱਥੇ 1 ਆਉਂਦਾ ਤਾਂ ਜਿੱਥੇ ਜਿੱਥੇ c ਲਿਖਿਆ ਹੋਇਆ ਉੱਥੇ 1 ਪਾ ਦੋਗੇ। ਠੀਕ ਹੈ ਜੀ, ਜੇ 2 ਆਉਂਦਾ ਤਾਂ 2 ਪਾ ਦੋਗੇ, ਵੈਰੀ ਸਿੰਪਲ। ਓਕੇ, ਹੁਣ ਇਹੀ ਕੁਐਸਚਨ ਜੇ ਸਪੋਜ਼ ਕਰੋ, ਹੁਣ ਮੈਂ ਇਹੀ ਕੁਐਸਚਨ ਮੈਂ ਕਰਾਨਾ ਜੇ ਆ ਜਾਵੇ ਲੈਫਟ ਜਾਂ ਰਾਈਟ ਲਿਮਿਟ, ਫਿਰ ਕਿਸ ਤਰੀਕੇ ਕਰਨਾ। ਇਸੇ ਕੁਐਸਚਨ ਨੂੰ ਜੇ ਲੈਫਟ ਜਾਂ ਰਾਈਟ ਲਿਮਿਟ ਆ ਜਾਵੇ ਫਿਰ ਕਿਸ ਤਰੀਕੇ ਕਰਨਾ। ਸਪੋਜ਼ ਕਰੋ ਕੁਐਸਚਨ ਆ ਪ੍ਰੂਵ ਦੈਟ ਲਿਮਿਟ x ਟੈਂਡਿੰਗ ਟੂ c, ਚਲੋ ਮਾਈਨਸ ਵਾਲਾ ਕਰ ਲਓ ਪਹਿਲੇ, x ਮਾਈਨਸ c ਡਜ਼ ਨੋਟ, ਜਾਂ ਪਲੱਸ ਵਾਲਾ ਕਰ ਲਓ ਪਹਿਲੇ, ਡਜ਼ ਨੋਟ ਐਗजिस्ट।
ठीक है जी। हुण ये वाला आपां क्वेश्चन करांगे। ये तुहाडी बुक ते मैनूं लगदा एग्जाम्पल आ, हो सकदा ये एग्जाम्पल होवे। ठीक है जी। सो मैं लैफ्ट वाले क्वेश्चन भी करूँगा, राइट वाले करूँगा। पैटर्न साडा करन दा तरीका जिहड़ा वो सेम ही होएगा। सॉल्यूशन की करोगे, एफ एक्स की है साडे कोल 1/x माइनस सी। ओके, डेफिनेशन अप्लाई करोगे। डेफिनेशन तो पहला की लिखोगे, लिमिट सपोज करो कि एग्जिस्ट करती है तो वो एल दे कोल है। की लिखांगे, लैट इफ पॉसिबल लिमिट एक्स टेंडिंग टू सी प्लस एफ एक्स इज इक्वल टू एल। डेफिनेशन अप्लाई करोगे, टेक अपसाइलन ग्रेटर दैन 0, इत्थे लिखोगे हाउएवर स्मॉल देयर एग्जिस्ट डेल्टा डिपेंडिंग ऑन अपसाइलन सच दैट एफ एक्स माइनस एल लैस दैन अपसाइलन बाय 2 फॉर ऑल एक्स बिलोंग्स टू। किहड़ी लिमिट है? राइट लिमिट है। इत्थे जे राइट लिमिट है तो की आएगा साडे कोल, जे राइट लिमिट है की आएगा सी टू सी प्लस डेल्टा। जे लैफ्ट लिमिट होंदी फिर की आना सी सी माइनस डेल्टा टू सी। इस तरीके आना सी जे लैफ्ट लिमिट होंदी। इत्थे आना सी टू सी प्लस डेल्टा। ओके, सी टू सी प्लस डेल्टा। इत्थे की आ? राइट लिमिट आ। ओके, हुण 2 नंबर लवांगे असी, x1 x2 बिलोंग्स टू सी प्लस डेल्टा। सो ये जो भी साडा रिलेशन है वो x1 तो x2 लिए भी होल्ड करेगा। सो एफ x1 माइनस एल लैस दैन अपसाइलन बाय 2। दूसरा एफ x2 माइनस एल लैस दैन अपसाइलन बाय 2। नाउ फिर सेम साढ़े स्टैप, एफ x1 माइनस एफ x2 कैलकुलेट करोगे। की करोगे, एफ x1 माइनस एल प्लस एल माइनस एफ x2 की कीता सी इस स्टैप के अंदर। इस स्टैप के अंदर असी एल माइनस की ते एल ऐड की, होर कुछ नहीं किया। बहुत सिंपल आ। नैक्सट स्टैप उही तुसी आ वाला स्टैप करोगे, लैस दैन ए अपसाइलन बाय 2 ए भी अपसाइलन बाय 2, क्योंकि असी इस स्टैप च कह चुके हैं। दैन ये आ जाएगा अपसाइलन। ठीक है जी, सेम टू सेम स्टैप सारे। उस तो बाद असी इस स्टैप ते पहुँच गए कि एफ x1 माइनस एफ x2 लैस दैन अपसाइलन, इक्वेशन नंबर स्टार। उस तो बाद की करोगे, लैट x1 की लेना तो x2 की लेना। इस चीज़ का तुसीं ख्याल रखना। सी इत्थे भी आना, सी इत्थे भी आना, क्योंकि लिमिट विच। ओके, दूसरी गल, ये हुण राइट लिमिट आ तो मैं दस्सिया सी ना, जे राइट लिमिट आ तो दोवां च प्लस पाना, क्योंकि राइट लिमिट आ। इहदे विच तुसीं जे 1/n लैने आ तो ये 1/n नहीं लै सकते। उहदा की कारण आ? क्योंकि फिर तो सेम ही होगी x1 तो x2। पुट करोगे वैल्यू भी सेम ही आनी है, जो भी आए वैल्यू भी सेम ही आनी है। कितनी आएगी? n। वो तुसी पुट करोगे n माइनस n तो 0 हो जाएगा, फिर तो ट्रू हो जाएगा, क्योंकि 0 इदा आ जाएगा तुहाडे कोल 0 लैस दैन अपसाइलन। ठीक है जी, 0 लैस दैन अपसाइलन तो पॉसीबल है, बिल्कुल ठीक है। पर असी ये शो करना डज नॉट एग्जिस्ट। जो सपोज किया असी कंट्राडिक्शन शो करनी चाहते हैं, इस करके जे 1/n ही लैने आ तो फिर तो वो गल गलत हो जानी। इस करके असी लैना वो आ कि असी कंट्राडिक्शन कर सकीए। तो की लाओगे, तुसी की करो 1/2n ले लो, 1/3n ले लो, 1/4n ले लो, 1/5n ले लो। मतलब डिफरेंट लेना। सेम लाओगे तो 0 आ जाएगा। लैके देख लियो, फंक्शन पुट करियो एफ x1 तो एफ x2, फंक्शन की वैल्यू जो भी आएगी वो इत्थे पुट करियो, 0 आंसर आ जाएगा जे तुसी 1/n तो 1/n लैंदे। इस करके मैं डिफरेंट लैन की कोशिश की। इदा भी लै सकते, इत्थे 1/2n ले लो, इत्थे 1/3n ले लो, अलग लैने आ तो लैने भी पॉजिटिव है, क्योंकि राइट लिमिट आ। वेयर ये जरूर मैंशन करियो नाल, वेयर n इज़ नैचुरल नंबर however
ਲਾਰਜ। ਸੋ fx1 ਫੰਕਸ਼ਨ ਦੀ ਵੈਲਿਊ ਚੈੱਕ ਕਰੋ ਕੀ ਆਣੀ। ਇਹ ਰਿਹਾ ਸਾਡਾ ਫੰਕਸ਼ਨ 1 ਓਵਰ function x, what is x? c plus 1 over n minus c। ਜਿੱਥੇ x ਆ ਉੱਥੇ ਅਸੀਂ x1 ਦੀ ਵੈਲਿਊ ਪੁੱਟ ਕੀਤੀ, ਇਹ ਕੈਂਸਲ ਆਊਟ ਹੋ ਜਾਣਾ ਤੇ ਆਨਸਰ ਆ ਜਾਣਾ ਤੁਹਾਡਾ n। fx2 ਕੈਲਕੂਲੇਟ ਕਰੋ, fx2 ਫਿਰ 1 ਓਵਰ ਫੰਕਸ਼ਨ 'ਚ ਪੁੱਟ ਕਰ ਰਹੇ ਹਾਂ x2 ਦੀ ਵੈਲਿਊ c plus 1 upon 2n ਮਾਈਨਸ ਸੀ, ਇਹ ਵਾਲਾ ਮਾਈਨਸ ਸੀ, ਫਿਰ ਕੈਂਸਲ ਆਊਟ ਹੋ ਗਿਆ। ਇੱਥੇ ਆ ਗਿਆ ਸਾਡੇ ਕੋਲ 2n। ਇਹਨੂੰ ਫਿਰ ਸਟਾਰ 'ਚ ਪੁੱਟ ਕਰੋਗੇ, ਪੁੱਟ ਇਨ ਸਟਾਰ ਨੰਬਰ ਇਕੁਏਸ਼ਨ 'ਚ ਪੁੱਟ ਕੀਤਾ ਤਾਂ ਕੀ ਮਿਲ ਗਿਆ? ਕੀ ਮਿਲਿਆ ਮੈਨੂੰ? fx1 ਦੀ ਵੈਲਿਊ n ਮਾਈਨਸ 2n ਲੈਸ ਦੈਨ ਐਪਸਾਈਲਨ। ਸੋ ਮਾਈਨਸ n ਦਾ ਮੋਡੂਲਸ ਲਓਗੇ ਤਾਂ n ਹੀ ਆ ਜਾਏਗਾ। ਸੋ n ਲੈਸ ਦੈਨ ਐਪਸਾਈਲਨ। ਅਗੇਨ ਨੋਟ ਪੋਸੀਬਲ ਕਿਉਂਕਿ n ਬਹੁਤ ਲਾਰਜ, ਐਪਸਾਈਲਨ ਬਹੁਤ ਸਮੋਲ। ਸੋ ਨੋਟ ਪੋਸੀਬਲ। ਅੱਗੇ ਦੋ ਲਾਈਨਾਂ ਕੀ ਲਿਖੋਗੇ? ਸੋ ਆਵਰ ਸਪੋਜੀਸ਼ਨ ਰੋਂਗ, ਸੋ ਲਿਮਿਟ ਡਜ਼ ਨੋਟ ਐਗਜ਼ਿਸਟ। ਲਿਮਿਟ ਡਜ਼ ਨੋਟ ਐਗਜ਼ਿਸਟ। ਇਹਦੇ ਕੁਐਸਚਨ ਦੇ ਵਿੱਚ ਇਹ ਸਪੋਜ਼ ਕਰੋ ਜੇ ਤੁਹਾਨੂੰ ਆ ਜਾਂਦੀ ਆ ਲੈਫਟ ਲਿਮਿਟ ਆ ਜਾਂਦੀ ਹੈ। ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਠੀਕ ਹੈ, ਹੁਣ ਮੈਂ ਇੱਥੇ ਹੀ ਲੈਫਟ ਲਿਮਿਟ ਵਾਲਾ ਪਾਰਟ ਕਰਾ ਦੇਣਾ। ਜੇ ਲੈਫਟ ਹੋਵੇ ਫਿਰ ਕੀ ਕਰਨਾ? ਹੁਣ ਕੁਐਸਚਨ ਸ਼ੁਰੂ ਹੋ ਗਿਆ ਲੈਫਟ ਲਿਮਿਟ ਦਾ। ਇੱਕ ਤਾਂ ਚੇਂਜ ਆਏਗੀ, ਇੱਥੇ ਮਾਈਨਸ ਆ ਜਾਏਗਾ, ਇੱਥੇ c ਮਾਈਨਸ ਡੈਲਟਾ 2c ਇੰਟਰਵਲ ਚੇਂਜ ਹੋ ਗਈ, c ਮਾਈਨਸ ਡੈਲਟਾ 2c। ਇੱਥੇ ਵੀ ਕੀ ਹੋਏਗਾ? c ਮਾਈਨਸ ਡੈਲਟਾ 2c। ਇੱਕ ਤਾਂ ਇਹ ਚੇਂਜ ਹੋ ਗਈ, ਇਹ ਸੇਮ ਟੂ ਸੇਮ ਇੱਦਾਂ ਹੀ ਰਹੇਗਾ, ਇਹ ਵੀ ਸੇਮ ਹੀ ਰਹੇਗਾ। ਇੱਥੇ ਚੇਂਜ ਹੋਣੀ, ਦੋਵਾਂ 'ਤੇ ਮਾਈਨਸ ਆਏਗਾ ਇੱਥੇ ਕਿਉਂਕਿ ਲੈਫਟ ਲਿਮਿਟ ਹੈ। ਇੱਥੇ ਮਾਈਨਸ ਕਰਾਂਗੇ, ਫੰਕਸ਼ਨ 'ਚ ਪੁੱਟ ਕਰੋ, ਇੱਥੇ ਮਾਈਨਸ ਆ ਜਾਏਗਾ, ਇੱਥੇ ਵੀ ਮਾਈਨਸ ਆਏਗਾ, ਬਾਕੀ ਫਿਰ ਸੇਮ। ਇੱਥੇ ਮਾਈਨਸ ਆਏਗਾ ਅਤੇ ਇੱਥੇ ਵੀ ਮਾਈਨਸ ਆਏਗਾ, ਇੱਥੇ ਮਾਈਨਸ ਹੋ ਜਾਏਗਾ, ਇੱਥੇ ਪਲੱਸ ਹੋ ਜਾਏਗਾ ਅਤੇ ਇੱਥੇ ਫਿਰ n ਹੀ ਆਉਣਾ। ਠੀਕ ਹੈ ਜੀ, ਵਿਚ ਇਜ਼ ਅਗੇਨ ਨੋਟ ਪੋਸੀਬਲ। ਸੋ ਆਵਰ ਸਪੋਜੀਸ਼ਨ ਰੋਂਗ। ਹੁਣ ਇਸ ਤਰੀਕੇ ਕੋਈ ਵੀ ਕੁਐਸਚਨ ਆ ਸਕਦਾ ਜਿਹਦੇ ਵਿੱਚ ਇਸ ਟਾਈਪ ਦਾ ਕੁਐਸਚਨ ਕਿਸ ਤਰੀਕੇ ਹੋ ਸਕਦਾ? ਕੁਐਸਚਨ ਦੇਖੋ, ਚਾਹੇ ਉਹ ਲੈਫਟ ਦਾ ਹੋਵੇ ਚਾਹੇ ਉਹ ਰਾਈਟ ਲਿਮਿਟ ਦਾ ਹੋਵੇ, ਕਿਸ ਤਰੀਕੇ ਆ ਸਕਦਾ? ਹੁਣ ਐਗਜ਼ਾਮ 'ਚ ਇੱਦਾਂ ਪੁੱਛਿਆ ਜਾ ਸਕਦਾ ਕਿ ਸ਼ੋ ਕਰੋ ਲਿਮਿਟ x ਟੈਂਡਿੰਗ ਟੂ 1 ਮਾਈਨਸ 1 ਅਪੋਨ x ਮਾਈਨਸ 1 ਡਜ਼ ਨੋਟ ਐਗਜ਼ਿਸਟ। ਡਜ਼ ਨੋਟ ਐਗਜ਼ਿਸਟ, ਇਸ ਤਰੀਕੇ ਵੀ ਕੁਐਸਚਨ ਆ ਸਕਦਾ। ਫਿਰ ਜਿੱਥੇ ਮੈਂ c ਲਿਆ ਤੁਸੀਂ ਉੱਥੇ 1 ਲੈ ਕੇ ਕਰ ਸਕਦੇ ਹਾਂ, ਬੜੀ ਈਜ਼ੀਲੀ ਹੋ ਸਕਦਾ। ਹੁਣ ਨੈਕਸਟ ਕੁਐਸਚਨ ਜੋ ਮੈਂ ਕਰਾਉਣ ਜਾ ਰਿਹਾ ਉਹ ਸਮਝਣ ਦੀ ਕੋਸ਼ਿਸ਼ ਕਰੀਏ। ਹਾਂਜੀ, ਨੈਕਸਟ ਕੁਐਸਚਨ ਆ ਲਿਮਿਟ x ਟੈਂਡਿੰਗ ਟੂ 0 1 ਅਪੋਨ x ਸਕੇਅਰ ਡਜ਼ ਨੋਟ ਐਗਜ਼ਿਸਟ। ਹੁਣ ਆਹ ਵਾਲਾ ਕੁਐਸਚਨ ਕਰੀਏ ਸਕੇਅਰ ਵਾਲੇ। ਅੱਗੇ ਅਸੀਂ ਪਾਵਰ 1 ਵਾਲੇ ਕੀਤੇ, ਹੁਣ ਆਪਾਂ ਕਰਾਂਗੇ ਸਕੇਅਰ ਵਾਲਾ ਕੁਐਸਚਨ। ਸੋ ਇਹਨੂੰ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਫਿਰ ਸੇਮ ਟੂ ਸੇਮ ਉਸੇ ਤਰੀਕੇ fx ਕੀ ਹੈ ਜੀ? ਇਹਦੇ 'ਚ fx ਆ 1 ਓਵਰ x ਸਕੇਅਰ। ਫਿਰ ਅਸੀਂ ਲਿਖਾਂਗੇ ਲਿਮਿਟ, ਸਪੋਜ਼ ਕਰਾਂਗੇ ਐਗਜ਼ਿਸਟ ਕਰਦੀ ਹੈ, ਲੈਟ ਇਫ ਪੋਸੀਬਲ ਲਿਮਿਟ x ਟੈਂਡਿੰਗ ਟੂ 0 fx is equal to L, then apply definition, take epsilon greater than 0 however small, ਇੱਥੇ ਲਿਖ ਲਿਓ ਆਪੇ, there exist delta depends on epsilon such that fx minus L less than epsilon by 2 for all x belongs to 0 ਮਾਈਨਸ ਡੈਲਟਾ 0 ਪਲੱਸ ਡੈਲਟਾ। ਠੀਕ ਹੈ, ਨਾ ਤਾਂ ਇਹ ਲੈਫਟ ਲਿਮਿਟ ਹੈ ਨਾ ਰਾਈਟ ਲਿਮਿਟ ਹੈ। ਸੋ 0 ਮਾਈਨਸ ਡੈਲਟਾ 0 ਪਲੱਸ ਡੈਲਟਾ। ਹਾਂਜੀ, ਫਿਰ ਅਸੀਂ ਕੀ ਕਰਾਂਗੇ? ਲੈਟ, ਮੈਂ ਹਰ ਕੁਐਸਚਨ ਸੇਮ ਟਾਈਪ ਦੇ ਨਾਲ ਕਰਾ ਰਿਹਾ। ਜੇ ਤੁਸੀਂ ਬੁੱਕ ਦੇਖੋਗੇ ਤਾਂ ਇਹ ਕੁਐਸਚਨ ਅਲੱਗ ਹੀ ਤਰੀਕੇ ਨਾਲ ਕੀਤੇ ਹੋਏ ਆ। ਸੋ ਇਸੇ ਤਰੀਕੇ ਕਰਨ ਦੀ ਕੋਸ਼ਿਸ਼ ਕਰਿਓ।
x1 x2 ਬਿਲੋਂਗਸ ਟੂ ਮਾਈਨਸ ਡੈਲਟਾ ਟੂ ਡੈਲਟਾ, ਇਹ ਵਾਲੀ ਇੰਟਰਵਲ 'ਚੋਂ ਕੋਈ ਦੋ ਆਪਾਂ ਨੰਬਰ ਲੈ ਰਹੇ ਹਾਂ। ਸੋ ਇਹਨਾਂ ਲਈ ਵੀ ਇਹ ਕੰਡੀਸ਼ਨ ਸੇਮ ਹੀ ਰਹੇਗੀ, f(x1) ਮਾਈਨਸ l ਲੈਸ ਦੈਨ ਐਪਸਾਈਲਨ ਬਾਈ 2, ਦੂਸਰੀ f(x2) ਮਾਈਨਸ l ਲੈਸ ਦੈਨ ਐਪਸਾਈਲਨ ਬਾਈ 2। ਨਾਓ ਫਿਰ ਮੈਂ ਇੱਥੋਂ ਹੁਣ ਛੱਡ ਰਿਹਾ ਕੁਛ ਪੋਰਸ਼ਨ, ਸੇਮ ਟੂ ਸੇਮ ਜਿਵੇਂ ਅਸੀਂ ਪਹਿਲੇ ਕਰਦੇ ਉਸੇ ਤਰੀਕੇ ਕਰਨਾ। ਅਤੇ ਸਾਡੇ ਕੋਲ ਇਹ ਸਾਰਾ ਕਰਨ ਤੋਂ ਬਾਅਦ ਕੀ ਆ ਜਾਏਗਾ, ਸੇਮ ਟੂ ਸੇਮ f(x1) ਮਾਈਨਸ f(x2) ਮੋਡੂਲਸ ਲੈਸ ਦੈਨ ਐਪਸਾਈਲਨ। ਇਹਦਾ ਹੋ ਗਿਆ ਇਕੁਏਸ਼ਨ ਨੰਬਰ ਸਟਾਰ, ਇਕੁਏਸ਼ਨ ਨੰਬਰ ਸਟਾਰ। ਕੀ ਕਰੋਗੇ, ਟੇਕ ਹੁਣ ਇੱਥੇ ਅਸੀਂ x1 ਕੀ ਲੈਣਾ ਅਤੇ x2 ਕੀ ਲੈਣਾ, ਕਿਉਂਕਿ ਲਿਮਟ ਤਾਂ ਸਾਡੇ ਕੋਲ 0 ਆ। ਚਾਹੇ ਤੁਸੀਂ ਇੱਥੇ 0 ਲਿਖ ਲਓ, ਠੀਕ ਹੈ ਜੀ, 0 ਪਲੱਸ ਇੱਥੇ ਚਾਹੇ ਜੇ ਤੁਸੀਂ 0 ਮਾਈਨਸ ਲਿਖ ਲਓ, ਇੱਥੇ 1/n ਲੈ ਲਓ, ਇੱਥੇ 1/2n ਲੈ ਲਓ। ਇਸ ਤਰੀਕੇ ਲਵਾਂਗੇ। 0 ਤਾਂ ਲਿਆ ਕਿਉਂਕਿ 0 a ਹੋਏਗੀ ਤਾਂ a ਲਵਾਂਗੇ, ਠੀਕ ਹੈ ਜੀ। ਇਹ ਸਕੇਅਰ ਆ, 2n ਕਿਉਂ ਲਿਆ ਉਹ ਮੈਂ ਰਿਪੀਟ ਕਰਦਾ ਥੋੜ੍ਹਾ ਜਿਹਾ ਅੱਗੇ ਜਾ ਕੇ। ਵੇਅਰ n ਇਜ਼ ਨੈਚੁਰਲ ਨੰਬਰ ਹੋਏਵਰ ਲਾਰਜ, ਇਹ ਚੀਜ਼ ਤੁਸੀਂ ਜ਼ਰੂਰ ਲਿਖੋਗੇ। f(x1) ਕੈਲਕੂਲੇਟ ਕਰੀਏ, ਜਿੱਥੇ x ਆ, ਜਿੱਥੇ ਵੀ x ਆ ਤੁਸੀਂ ਕੀ ਕਰੋਗੇ, ਉੱਥੇ ਪੁੱਟ ਕਰੋਗੇ x1 ਅਤੇ ਕੀ ਆ ਜਾਏਗਾ 1/n ਸਕੁਏਅਰ। ਉਮੀਦ ਕਰਦਾ ਕਿ ਸਮਝ ਆ ਗਈ ਹੋਏਗੀ। 1/x ਸਕੁਏਅਰ, 1/x1 ਸਕੁਏਅਰ ਅਤੇ x1 ਦੀ ਵੈਲਿਊ ਪੁੱਟ ਕਰਤੀ, ਤੁਹਾਡੇ ਕੋਲ ਆ ਜਾਏਗਾ n ਸਕੁਏਅਰ। ਦੈਨ f(x2) ਕੈਲਕੂਲੇਟ ਕਰੋਗੇ, ਉਹ ਆ ਜਾਏਗਾ 1/2n ਸਕੁਏਅਰ, ਇਹ ਆਨਸਰ ਆ ਜਾਏਗਾ 4n ਸਕੁਏਅਰ। ਹੁਣ ਇਹਨਾਂ ਨੂੰ ਅਸੀਂ ਇੱਥੇ ਪੁੱਟ ਕਰਨਾ। ਜੇ ਮੈਂ ਇੱਥੇ 1/n ਲੈਂਦਾ, ਇੱਥੇ -1/n ਸੀ ਮੇਰੇ ਕੋਲ, ਤਾਂ ਫਿਰ ਕੀ ਆਉਣਾ ਸੀ ਮੇਰੇ ਕੋਲ, ਇੱਥੇ ਵੀ n ਸਕੁਏਅਰ ਆ ਜਾਣਾ ਸੀ, ਇੱਥੇ ਵੀ, ਕਿਉਂਕਿ ਮਾਈਨਸ ਦਾ ਸਕੁਏਅਰ ਤਾਂ ਪਲੱਸ ਹੀ ਆ ਜਾਣਾ, ਮਾਈਨਸ ਦਾ ਸਕੁਏਅਰ ਤਾਂ ਪਲੱਸ ਹੀ ਆ ਜਾਣਾ। n ਸਕੁਏਅਰ ਦੋਵਾਂ 'ਚ ਸੇਮ ਆਉਣਾ ਸੀ, ਇਸ ਕਰਕੇ ਮਾਈਨਸ ਕੀਤਾ 0 ਆ ਜਾਣਾ ਸੀ, ਇਸ ਕਰਕੇ ਉਹ ਨੋਟ ਪੋਸੀਬਲ। ਇਸ ਕਰਕੇ ਮੈਂ ਸੇਮ ਨਹੀਂ ਲਿਆ। ਜਦੋਂ ਦਾ ਪਾਵਰ 1 ਆ ਉਦੋਂ ਸੇਮ ਚੱਲ ਸਕਦੇ ਆ, ਇੱਕ 1/n ਦੂਸਰਾ -1/n, ਜਿਵੇਂ ਕਿ ਮੈਂ ਪਿਛਲੇ ਕੁਐਸਚਨ 'ਚ ਕਰਵਾਇਆ। ਇੱਥੇ ਹੁਣ ਸੇਮ ਨਹੀਂ ਚੱਲਣੇ। ਜੇ ਤੁਸੀਂ ਸੇਮ ਲਓਗੇ ਤਾਂ ਇੱਥੇ ਵੀ ਸੇਮ ਆਨਸਰ ਆਉਣਾ। ਇੱਥੇ ਜੇ ਤੁਸੀਂ 1/n ਲੈਂਦੇ ਆ, ਇੱਥੇ -1/n ਲੈਂਦੇ ਆ, ਉਸ ਕੇਸ ਵਿੱਚ ਕਿਉਂਕਿ ਸਕੁਏਅਰ ਵਾਲੀ ਕੁਆਂਟਿਟੀ ਆ, ਮਾਈਨਸ ਦਾ ਸਕੁਏਅਰ ਪਲੱਸ ਹੋ ਜਾਣਾ, n ਸਕੁਏਅਰ ਹੀ ਆਨਸਰ ਆਉਣਾ। ਇੱਥੇ ਪੁੱਟ ਕਰੋਗੇ ਤਾਂ 0 ਆ ਜਾਣਾ। ਇਸ ਕਰਕੇ ਸੇਮ ਨਹੀਂ ਆਉਣਾ ਚਾਹੀਦਾ। ਡਿਫਰੈਂਟ ਲਿਆਉਣ ਦੇ ਲਈ ਮੈਂ ਕੀ ਕੀਤਾ, ਇੱਥੇ 2n ਲਿਆ। ਤੁਸੀਂ 3n ਵੀ ਲੈ ਸਕਦੇ, 4 ਵੀ ਲੈ ਸਕਦੇ, ਜੋ ਮਰਜ਼ੀ ਲੈ ਲਓ। ਸੇਮ ਨਹੀਂ ਲੈਣਾ ਕਿਉਂਕਿ ਇਹ ਕੁਐਸਚਨ ਸਕੁਏਅਰ ਵਾਲਾ। ਸੋ ਇਹਨੂੰ ਹੁਣ ਸਟਾਰ 'ਚ ਪੁੱਟ ਕਰੋਗੇ, ਪੁੱਟ ਇਨ ਸਟਾਰ 'ਚ ਪੁੱਟ ਕਰੋਗੇ ਤਾਂ ਕੀ ਆਏਗਾ, f(x1) ਦੀ ਵੈਲਿਊ n ਸਕੁਏਅਰ -4n ਸਕੁਏਅਰ ਲੈਸ ਦੈਨ ਐਪਸਾਈਲਨ, ਇਹ ਆ ਜਾਏਗਾ 3n ਸਕੁਏਅਰ ਲੈਸ ਦੈਨ ਐਪਸਾਈਲਨ, ਕਿਉਂਕਿ ਮਾਈਨਸ ਦਾ ਮੋਡ ਤਾਂ ਹੋ ਜਾਏਗਾ ਪੋਜ਼ੀਟਿਵ। ਹੁਣ n ਫਿਰ ਬਹੁਤ ਵੱਡੀ ਕੁਆਂਟਿਟੀ ਆ, n ਬਹੁਤ ਛੋਟੀ ਆ, ਹੋਏਵਰ ਸਮੋਲ ਆ, ਇਸ ਕਰਕੇ ਇਹ ਗਲਤ ਕਹਿ ਰਿਹਾ, ਇੱਥੇ ਵੱਡੀ ਨੂੰ ਛੋਟੀ ਕਹਿ ਰਿਹਾ, ਛੋਟੀ ਨੂੰ ਵੱਡੀ ਕਹਿ ਰਿਹਾ। ਸੋ ਨੋਟ ਪੋਸੀਬਲ, ਇਟ ਇਜ਼ ਨੋਟ ਪੋਸੀਬਲ। ਸੋ ਆਵਰ supposition wrong, our supposition wrong, so limit does not exist, so limit does not exist। ਇਸੇ ਤਰੀਕੇ ਜੇ ਲੈਫਟ ਜਾਂ ਰਾਈਟ ਲਿਮਟ ਆ ਜਾਵੇ, ਉਹ ਵੀ ਤੁਸੀਂ ਉਸੇ ਤਰੀਕੇ ਕਰ ਸਕਦੇ। ਮੈਂ ਫਿਰ ਰਿਪੀਟ ਕਰਦਾ, ਜੇ ਹੋਵੇ ਲੈਫਟ ਲਿਮਟ ਦੋਵਾਂ 'ਤੇ ਮਾਈਨਸ ਲਾਉਣਾ, ਜੇ ਰਾਈਟ ਲਿਮਟ ਆ ਫਿਰ ਦੋਵਾਂ 'ਤੇ ਪਲੱਸ ਲਗਾਉਣਾ। ਕੋਈ ਮੇਜਰ ਕੋਈ ਚੇਂਜ ਨਹੀਂ ਆਉਣੀ, ਬਾਕੀ ਕੁਐਸਚਨ ਸੇਮ। ਇੱਕ ਇੰਟਰਵਲ 'ਤੇ ਚੇਂਜ ਆਏਗੀ ਇੱਥੇ, ਠੀਕ ਹੈ ਜੀ, ਇੱਥੇ ਅਤੇ ਇੱਥੇ, ਦੂਸਰਾ ਇੱਥੇ, ਬਾਕੀ ਹੋਰ ਕੋਈ ਚੇਂਜ ਨਹੀਂ ਜੇ ਲੈਫਟ ਜਾਂ ਰਾਈਟ ਲਿਮਟ ਆਉਂਦੀ ਹੈ। ਹੁਣ ਮੈਂ ਕਰਾਉਣ ਜਾ ਰਿਹਾ ਨੈਕਸਟ ਕੁਐਸਚਨ ਕਰੀਏ। ਨੈਕਸਟ ਕੁਐਸਚਨ ਹੈ ਜੀ, ਇਹ ਸੀ ਸੈਕਿੰਡ ਪਾਰਟ 9th ਕੁਐਸਚਨ ਦਾ। ਥਰਡ ਪਾਰਟ ਕਰਾਂਗੇ ਹੁਣ।
प्रूव दैट ਉਹਦੀ स्टेटमेंट है जी x टेंडिंग टू -3/2 x टेंडिंग टू -3/2 1/2x + 3 2x + 3 does not exist। ये क्वेश्चन करांगे लिमिट डज नॉट एग्जिस्ट। बिल्कुल सेम पहले तुसी लिखोगे f(x) 1/2x + 3 फिर लिखोगे लेट इफ पॉसिबल लिमिट x टेंडिंग टू -3/2 f(x) = L। फिर असी अप्लाई करांगे डेफिनेशन टेक एप्सिलॉन ग्रेटर दैन 0 however small there exist delta depends on epsilon such that f(x) - L less than epsilon/2 for all x belongs to -3/2 minus delta -3/2 प्लस डेल्टा। वैसे आना की सी देखो जे साडे कोल होवे x टेंडिंग टू a तो की आंदा a - डेल्टा टू a + डेल्टा। इस तरीके असी इंटरवल लैने तो इत्थे a की थां ते आ गया -3/2। ठीक है जी a - डेल्टा a + डेल्टा। ओके नाउ देखो आ सारा प्रोसैस सेम टू असी हर एक क्वेश्चन च करते हैं। लैट x1 x2 बिलोंग्स टू -3/2 - डेल्टा -3/2 प्लस डेल्टा। जी रिजल्ट हर एक x लिए होल्ड करता सो x1 तो x2 लिए भी होल्ड करेगा। सो f(x1 - L) भी हो जाएगा लैस दैन epsilon/2 तो f(x2) लिए भी हो जाएगा -L लैस दैन epsilon/2। So now f(x1 - f(x2) टू सेम स्टैप ये तुसी आप करने तो इत्थे की आ जाना साडे कोल लैस दैन एप्सिलॉन। तुसी हर क्वेश्चन च ये देख ही चुके हैं कि हर क्वेश्चन च असी ये शो कर देंगे कि ये लैस दैन एप्सिलॉन हुंदा। सो इसे क्वेश्चन च भी बिल्कुल सेम ही चलेगा। ठीक है जी उम्मीद करदा कि तुसी उतार लिया होएगा। मैं इधरों कर देना रफ। हाँ जी तुसी इत्थे पहुँच जाते हैं हर बार ये स्टैप सारे ही सेम होंगे -f(x2) लैस दैन एप्सिलॉन। इदा असी पा देंगे इक्वेशन नंबर स्टार। हुण फिर असी टेक x1 किस तरीके चूज़ करना तो x2 किस तरीके चूज़ करना। लिमिट विच साडे कोल -3/2 इत्थे भी -3/2 ये तो एज इट इज़। हुण इत्थे असी प्लस भी लै सकते हैं माइनस भी लै सकते हैं क्योंकि लिमिट है। जे लैफ्ट लिमिट होवे तो माइनस लैने आ इत्थे माइनस इत्थे माइनस। जे राइट लिमिट आ तो इत्थे भी प्लस इत्थे भी प्लस। जे लिमिट आ तो उहदे चाहे तुसी प्लस लो चाहे तुसी माइनस लो वो तुहाडी मर्जी है। ओके हुण मैं इत्थे ले लेना 1/n इत्थे लिख लेना -1/n। ठीक है 1/n -1/n। ओके पुट करो फंक्शन च पुट करोगे। हाँ एक चीज़ इत्थे मैंशन करोगे वेयर n इज़ नैचुरल नंबर however large फंक्शन च पुट करो f(x1) की वैल्यू देखो f(x1) की वैल्यू कैलकुलेट करिए 1/2 इंटू x1 की वैल्यू -3/2 प्लस 1/n 10 प्लस 3। इन तुसी सिंपलीफाई करोगे तो की आना सिंपलीफाई करो -3 प्लस 2/n प्लस 3 चो 3 माइनस हो गए। ये आंसर आ गया साढ़े कोल n/2। इस तरीके तुसी कैलकुलेट करोगे f(x2) की वैल्यू की आनी साढ़े कोल फंक्शन है 1/2x + 3 2 इंटू
-3/2 -1/n +3। ਇੱਥੇ ਵੀ ਇਹਨੂੰ ਤੁਸੀਂ ਸਿੰਪਲੀਫਾਈ ਕਰੋਗੇ, ਇੱਥੇ ਆ ਜਾਏਗਾ ਸਾਡੇ ਕੋਲ -2/n। ਹੁਣ ਦੇਖੋ ਕਾਫੀ ਬੁੱਕਸ ਵਿੱਚ 1/n ਅਤੇ 1/2n ਵੀ ਲਿਆ ਹੋਇਆ, ਤੁਸੀਂ 1/3n ਵੀ ਲੈ ਸਕਦੇ ਹੋ, ਤੁਹਾਡੀ ਆਪਣੀ ਚੁਆਇਸ ਹੈ। ਡਿਫਰੈਂਟ ਆਉਣਾ ਚਾਹੀਦਾ, ਜੇ ਸੇਮ ਆ ਗਿਆ ਤਾਂ ਸੇਮ ਆਉਣ 'ਤੇ ਆਨਸਰ 0 ਆ ਜਾਣਾ, ਸੇਮ ਨਹੀਂ ਆਉਣਾ ਚਾਹੀਦਾ, ਤੁਸੀਂ ਇਸ ਤਰੀਕੇ ਚੂਜ਼ ਕਰਨਾ। ਇੱਥੇ n/2 ਆਇਆ, ਇੱਥੇ -n/2 ਆਏਗਾ। ਕਿਸ ਤਰੀਕੇ ਤੁਸੀਂ 2 ਨਾਲ ਮਲਟੀਪਲਾਈ ਕਰੋਗੇ, -3 -2/n, 3 ਨਾਲ 3 ਕੈਂਸਲ ਆਊਟ ਹੋ ਜਾਣਗੇ, ਰੈਸੀਪ੍ਰੋਕਲ ਕਰੋਗੇ -n/2 ਪੁੱਟ ਕਰੋਗੇ ਤੁਸੀਂ ਸਟਾਰ ਨੰਬਰ ਇਕੁਏਸ਼ਨ 'ਚ ਪੁੱਟ ਕਰੋਗੇ ਤਾਂ ਕੀ ਆਏਗਾ n/2 ਮਾਈਨਸ, ਇੱਥੇ ਵੀ ਮਾਈਨਸ ਆ, ਪਲੱਸ ਹੋ ਜਾਏਗਾ n/2 ਲੈਸ ਦੈਨ ਅਪਸਾਈਲਨ। ਉਮੀਦ ਕਰਦਾ ਤੁਹਾਨੂੰ ਸਮਝ ਆ ਰਹੀ ਹੋਏਗੀ, ਜੇ ਸਮਝ ਆ ਰਹੀ ਹੈ ਤਾਂ ਲਾਈਕ ਵਾਲਾ ਬਟਨ ਪ੍ਰੈਸ ਕਰ ਦਿਓ, ਨਾਲ ਹੀ ਚੈਨਲ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ। ਹਾਂਜੀ, ਇਹ ਕੀ ਆ ਗਿਆ n ਲੈਸ ਦੈਨ ਅਪਸਾਈਲਨ, ਵਿਚ ਇਜ਼ ਅਗੇਨ ਨੋਟ ਪੋਸੀਬਲ ਕਿਉਂਕਿ n ਬਹੁਤ ਲਾਰਜ ਆ, n ਬਹੁਤ ਲਾਰਜ ਨੰਬਰ ਲਿਆ ਹੋਇਆ ਅਸੀਂ, ਅਪਸਾਈਲਨ ਤਾਂ ਬਹੁਤ ਛੋਟੀ ਕੁਆਂਟਿਟੀ ਹੈ ਟੈਂਡਿੰਗ ਟੂ 0, ਸੋ ਨੋਟ ਪੋਸੀਬਲ, ਸੋ ਆਵਰ ਸਪੋਜੀਸ਼ਨ ਰੋਂਗ, ਸੋ ਦਿਸ ਲਿਮਿਟ ਡਜ਼ ਨੋਟ ਐਗਜ਼ਿਸਟ। ਸੋ ਇਸ ਟਾਈਪ ਦੇ ਕੁਐਸਚਨ ਅਸੀਂ ਇਸ ਤਰੀਕੇ ਕਰਨੇ ਆ। ਜੇ ਕੋਈ ਵੀ ਡਾਊਟ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਆ। ਹੁਣ ਇੱਕ ਕੁਐਸਚਨ ਮੈਂ ਹੋਰ ਕਰਾਉਣਾ ਚਾਹੁੰਦਾ, ਬਟ ਟਾਈਮ ਬਹੁਤ ਹੋ ਗਿਆ, ਸੋ ਮੈਂ ਨੈਕਸਟ ਲੈਕਚਰ 'ਚ ਇਹ ਕੁਐਸਚਨ ਕਰਾਉਣਾ ਚਾਹੁੰਦਾ। ਲਿਮਿਟ x ਟੈਂਡਿੰਗ ਟੂ 0, ਇੱਕ ਕੁਐਸਚਨ ਹੈ ਜੀ cos 1/x ਦੀ ਜੋ ਲਿਮਿਟ ਆ ਡਜ਼ ਨੋਟ ਐਗਜ਼ਿਸਟ, ਇਹ ਵੀ ਕਰਨਾ। ਇੱਦਾਂ ਹੀ ਆ ਸਕਦਾ sin 1/x ਡਜ਼ ਨੋਟ ਐਗਜ਼ਿਸਟ, ਇਹ ਬਹੁਤ ਇੰਪੋਰਟੈਂਟ ਹੈ, ਅਸੀਂ ਆਪਣੇ ਅਗਲੇ ਲੈਕਚਰ 'ਚ ਕਰਾਂਗੇ। ਸੋ ਥੈਂਕ ਯੂ।